बिस्मिल्लाहिर्रहमानिर्रहीम। लाखों करोड़ों दरूद सलाम हुजूर नबी करीम सल्लल्लाहु अलैहि वसल्लम और उनकी आल पर। दोस्तों, आज मैं आपको जो कहानी बताने जा रहा हूँ ये पुराने वक्तों की बात है। ये कहानी ज़रा पंजाबी में है, इसलिए मैं आपको पंजाबी में ही बताने की कोशिश करूँगा। पुराने वक्तों की गल एक बंदे का ब्याह होया, उहदी बीवी या औरत इस रिश्ते तो खुश नहीं सी। जबरदस्ती का ब्याह सी हो गया और वो दिलों राजी नहीं सी। ਵਿਆਹ ਤੋਂ ਬਾਅਦ ਉਹ ਦੋਨੋਂ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀ। ਰਸਤੇ ਵਿੱਚ ਇੱਕ ਖੂਹ ਆਂਦਾ ਸੀ। ਔਰਤ ਕਹਿਣ ਲੱਗੀ, ਮੈਨੂੰ ਪਿਆਸ ਲੱਗੀ ਹੈ, ਮੈਂ ਪਾਣੀ ਪੀਣਾ ਹੈ। ਬੰਦਾ ਕਹਿੰਦਾ, ਠੀਕ ਹੈ, ਮੈਂ ਪਾਣੀ ਲੈ ਕੇ ਪਤਾ ਕਰਨਾ ਵਾ। ਉਹ ਖੂਹ ਵਿੱਚ ਡੋਰ ਪਾਉਣ ਲਈ ਝੁਕਦਾ ਹੈ ਤੇ ਉਹਦੀ ਬੀਵੀ ਉਹਨੂੰ ਛੂਤ ਧੱਕਾ ਦੇ ਦਿੰਦੀ ਹੈ। ਬੰਦਾ ਖੂਹ ਵਿੱਚ ਜਾ ਡਿੱਗਦਾ ਹੈ। ਔਰਤ ਵਾਪਸ ਆਪਣੀ ਮਾਂ ਦੇ ਘਰ ਚਲੀ ਜਾਂਦੀ ਹੈ। ਮਾਂ ਪੁੱਛਦੀ ਹੈ, ਪੁੱਤਰ ਤੇਰਾ ਬੰਦਾ ਕਿੱਥੇ ਹੈ? ਉਹ ਕਹਿਣ ਲੱਗੀ, ਰਸਤੇ ਵਿੱਚ ਬੜਾ ਤੂਫਾਨ ਆ ਗਿਆ ਸੀ। कुछ लोग कहने लगे कि वापस चली जाओ, वो अगे रवाना हो गया। माँ ਉਹਦੀ ਗੱਲ ਤੇ ਯਕੀਨ ਕਰ ਲੈਂਦੀ ਹੈ। ਉਹ ਬੰਦੇ ਨੂੰ ਮੁਰਦਾ ਸਮਝ ਲੈਂਦੀ ਹੈ। ਕੁਝ ਦੇਰ ਬਾਅਦ ਦੋ ਚਾਰ ਮੁਸਾਫਰ ਉਸੇ ਰਸਤੇ ਤੋਂ ਲੰਘਦੇ ਨੇ। ਉਹਨਾਂ ਨੂੰ ਖੂਹ ਕੋਲੋਂ ਆਵਾਜ਼ਾਂ ਆਉਂਦੀਆਂ ਨੇ। ਵੇਖਦੇ ਨੇ ਇੱਕ ਬੰਦਾ ਖੂਹ ਵਿੱਚ ਲੱਗਿਆ ਹੁੰਦਾ ਹੈ। ਬਾਹਰ ਕੱਢ ਲੈਂਦੇ ਨੇ। ਬੰਦਾ ਜ਼ਖਮੀ ਤੇ ਕਮਜ਼ੋਰ ਹੁੰਦਾ ਹੈ, ਪਰ ਜ਼ਿੰਦਾ ਹੁੰਦਾ ਹੈ। ਉਹ ਉਹਨੂੰ ਕੁਝ ਨਹੀਂ ਦੱਸਦਾ। ਉਹ ਵਾਪਸ ਚਲਾ ਜਾਂਦਾ ਹੈ। ਔਰਤ ਵੇਖ ਕੇ ਦਿਲ ਵਿੱਚ ਕਹਿੰਦੀ ਹੈ, ਇਹ ਮਰਿਆ ਨਹੀਂ। ਬਹਰਹਾਲ ਗੁੱਸਾ ਮਕਸਦ ਕੱਪੜੇ ਬੰਦੀ ਹੈ ਤੇ ਨਾਲ ਤੁਰ ਪੈਂਦੀ ਹੈ। ਉਹ ਕੋਈ ਗੱਲ ਨਹੀਂ ਕਹਿੰਦਾ। ਉਹਦੀ ਬੁੱਢੀ ਸਮਝਦੀ ਹੈ ਕਿ ਇਹ ਮੈਨੂੰ ਪੁੱਛੇਗਾ, ਪਰ ਉਹ ਨਹੀਂ ਪੁੱਛਦਾ। ਵਕਤ ਗੁਜ਼ਰਦਾ ਹੈ। ਉਹ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਂਦਾ ਹੈ। ਵਕਤ ਲੰਘਦਾ ਹੈ। ਉਹ ਮਿਹਨਤ ਕਰਕੇ ਵੱਡਾ ਬੰਦਾ ਬਣ ਜਾਂਦਾ ਹੈ। ਆਖਰਕਾਰ ਚੌਧਰੀ ਬਣ ਜਾਂਦਾ ਹੈ। ਲੋਕਾਂ ਦੇ ਫੈਸਲੇ ਕਰਦਾ ਹੈ। ਇਨਸਾਫ ਦਾ ਬੋਲਬਾਲਾ ਹੁੰਦਾ ਹੈ। ਇੱਕ ਦਿਨ ਇੱਕ ਕੁੜੀ ਤੇ ਮੁੰਡੇ ਦਾ ਕੇਸ ਉਹਦੇ ਕੋਲ ਆਉਂਦਾ ਹੈ। ਮੁੰਡੇ ਤੇ ਇਲਜ਼ਾਮ ਹੁੰਦਾ ਹੈ ਕਿ ਉਹ ਕਿਸੇ ਦੀ ਭੈਣ ਨੂੰ ਛੇੜਦਾ ਹੈ। ਚੌਧਰੀ ਉਹਨਾਂ ਨੂੰ ਸਮਝਾਉਂਦਾ ਹੈ, ਮੁੰਡੇ ਨੂੰ ਅਲੱਗ ਸਮਝਾਉਂਦਾ ਹੈ ਕਿ ਜੇ ਕੋਈ ਮੁੰਡਾ ਤੇਰੀ ਭੈਣ ਨੂੰ ਛੇੜੇ ਤਾਂ ਤੇਰੇ ਦਿਲ ਤੇ ਕੀ ਗੁਜ਼ਰੇਗੀ, ਇਸ ਤਰ੍ਹਾਂ ਸੋਚੇਗਾ। ਮੁੰਡਾ ਮਾਫੀ ਮੰਗਦਾ ਹੈ। ਚੌਧਰੀ ਉਹਨੂੰ ਛੱਡ ਦਿੰਦਾ ਹੈ। ਇਸੇ ਤਰ੍ਹਾਂ ਹੀ ਉਹ ਕੁੜੀ ਨੂੰ ਸਮਝਾਉਂਦਾ ਹੈ ਕਿ ਤੇਰਾ ਖਿਆਲ ਕਰਿਆ ਕਰ, ਜਦੋਂ ਬਾਹਰ ਨਿਕਲੇ ਪਰਦਾ ਕਰਿਆ ਕਰ। ਇਹ ਸਾਰਾ ਮਾਜਰਾ ਉਸਦਾ ਮੁੰਡਾ ਵੇਖ ਰਿਹਾ ਹੁੰਦਾ ਹੈ। ਉਹ ਕਹਿੰਦਾ ਹੈ ਕਿ ਅੱਬਾ ਜੀ, ਤੁਸੀਂ ਆਪਣੇ ਫੈਸਲੇ ਕੀਤੇ ਨੇ, ਲੇਕਿਨ ਇਸ ਫੈਸਲੇ ਦੀ ਮੈਨੂੰ ਸਮਝ ਨਹੀਂ ਆਈ, ਜ਼ਰਾ ਗੱਲ ਖੋਲ ਕੇ ਦੱਸੋ। ਚੌਧਰੀ ਚੁੱਪ ਕਰ ਜਾਂਦਾ। ਉਹ ਕਹਿੰਦਾ ਹੈ ਕਿ ਫਿਰ ਤੂੰ ਇਸ ਤਰ੍ਹਾਂ ਕਰਕੇ ਤੂੰ ਨਾ ਅੰਦਰ ਆਪਣੀ ਮਾਂ ਕੋਲ ਜਾ, ਉਹਨੂੰ ਜਾ ਕੇ ਪੁੱਛ ਕਿ ਅੱਬਾ ਜੀ ਕਹਿੰਦੇ ਨੇ ਕਿ ਗੱਲ ਖੋਲ ਜਾ। ਉਸਦੀ ਮਾਂ ਜੋ ਉਸ ਟਾਈਮ ਇੱਕ ਬੁੱਢੀ ਮਾਂ ਬਣ ਚੁੱਕੀ ਹੁੰਦੀ ਹੈ, ਕਹਿੰਦੀ ਹੈ ਕਿ ਆਪਣੇ ਅੱਬੇ ਨੂੰ ਕਹੇ ਜਾ ਕੇ ਕਿ ਜੇ ਗੱਲ ਨਾ ਖੋਲੇ ਤੇ ਆ ਕੇ ਮੇਰੀ ਗੱਲ ਸੁਣੇ। ਜਦੋਂ ਚੌਧਰੀ ਅੰਦਰ ਜਾਂਦਾ ਹੈ ਤੇ ਜਾ ਕੇ ਵੇਖਦਾ ਹੈ ਤੇ ਉਸ ਵਕਤ ਬੁੱਢੀ ਅੰਮਾ ਹੁੰਦੀ ਹੈ। ਉਸ ਦੇ ਗਲੇ ਵਿੱਚ ਖੁੰਦਾ ਭਰਿਆ ਹੁੰਦਾ ਤੇ ਉਸਦੀ ਲਾਸ਼ ਲਟਕ ਰਹੀ ਹੁੰਦੀ ਹੈ। ਹੁਣ ਇੱਕ ਹੋਰ ਪਰੇਸ਼ਾਨੀ ਹੁੰਦੀ ਹੈ। ਉਸਦਾ ਮੁੰਡਾ ਪੁੱਛਦਾ ਹੈ ਕਿ ਅੱਬਾ ਜੀ, ਮੇਰੀ ਮਾਂ ਕਿਵੇਂ ਮਰੀ? ਉਹਦਾ ਵਾਲਿਦ ਦੱਸਦਾ ਹੈ, ਪੁੱਤਰ ਗੱਲ ਇਸ ਤਰ੍ਹਾਂ ਸੀ, ਜਦੋਂ ਸਾਡੀ ਸ਼ਾਦੀ ਹੋਈ ਸੀ ਤੇਰੀ ਮਾਂ ਰਾਜ਼ੀ ਨਹੀਂ ਸੀ, ਇਸੇ ਮੈਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਸੀ। ਮੈਂ ਇਹਨੂੰ ਕਦੇ ਨਹੀਂ ਪੁੱਛਿਆ। ਅੱਜ ਮੈਂ ਜਦੋਂ ਇਸ ਮਾਮਲੇ ਤੇ ਕਿਹਾ ਕਿ ਗੱਲ ਖੋਲ ਦਿਆਂ ਤੇ ਉਹ ਸਮਝੀ ਸ਼ਾਇਦ ਉਹ ਗੱਲ ਖੋਲਣਾ ਚਾਹੁੰਦਾ ਹੈ। ਇਸ ਵਾਸਤੇ ਸ਼ਰਮ ਦੇ ਮਾਰੇ ਇਹਨੇ ਬੰਦਾ ਲੈ ਲਿਆ। ਚੌਧਰੀ ਖਾਮੋਸ਼ ਹੋ ਜਾਂਦਾ ਹੈ। ਮੇਰੀ ਤੇ ਸੋਚਦਾ ਹੈ ਕਿ ਮੇਰੀ ਤੇ ਚੁੱਪ ਵਿੱਚ ਗੁਜ਼ਰ ਗਈ। ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ, ਜੋ ਹੋਇਆ ਬਰਦਾਸ਼ਤ ਕੀਤਾ। ਚੌਧਰੀ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਦੇ ਵੀ ਆਪਣੇ ਦਰਦ ਨੂੰ ਲੱਭ ਕੇ ਨਾ ਬੋਲਿਆ। ਉਹ ਸੋਚਦਾ ਹੈ ਕਿ ਗੱਲ ਵਕਤ ਨਾ ਮੁਕਾਈ ਜਾਏ ਤਾਂ ਉਹ ਜ਼ਿੰਦਗੀ ਭਰ ਦਾ ਬੋਝ ਬਣ ਜਾਂਦੀ ਹੈ। ਦੋਸਤੋ, ਇਹ ਕਹਾਣੀ ਤੁਹਾਨੂੰ ਪਸੰਦ ਆਈ, ਇਹਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ। ਇਸ ਦੇ ਵਿੱਚ ਹੀ ਹੌਸਲਾ ਅਫਜ਼ਾਈ ਹੋਏਗੀ ਮੇਰੀ। ਤੇ ਦੋਸਤੋ, ਇਸ ਕਹਾਣੀ ਤੋਂ ਸਾਨੂੰ ਸਬਕ ਇਹ ਮਿਲਦਾ ਹੈ ਕਿ ਗੱਲ ਨੂੰ ਵਕਤ ਤੇ ਮੁਕਾ ਲੈਣਾ ਚਾਹੀਦਾ ਹੈ ਤੇ ਖਤਮ ਕਰ ਦੇਣਾ ਚਾਹੀਦਾ ਹੈ। ਇਸ ਦੇ ਵਿੱਚ ਹੀ ਸਾਡਾ ਫਾਇਦਾ ਹੈ ਤੇ ਜ਼ਿੰਦਗੀ ਦਾ। ਸ਼ੁਕਰੀਆ।